और देखिए ग्रीन ट्रिब्यूनल जो हमारे इंडिया का है ना, उन्होंने कई कानून बना रखे हैं देश में कि जो हमारा एनवायरनमेंट है सेफ रहे, लेकिन एक प्लास्टिक ऐसी चीज़ है जो गलती नहीं है और जब सड़ती है तो तब भी वो पोल्यूशन फैलाती है। वो आज जान के सबसे हमारे जीवन के लिए खतरा महसूस हो रहा है। कैंसर जैसी बीमारियां भी उनसे जाने के पैदा हो रही हैं। और सबसे बड़ी बात तो ये है कि हमारे नगर निगम वाले जो होते हैं या सरकारी आदमी होते हैं, कभी किसी पर रेड करते हैं जाके, तो ये 1 क्विंटल प्लास्टिक हमने जब्त कर लिया, दुकानदार को हमने सजा दिलवा दी, दुकानदार को ये कर दिया, दुकानदार को वो कर दिया, प्लास्टिक बनाने वाली फैक्ट्री बन ली। जहाँ जाने के जहाँ गोरख धंधा चल रहा है, कब प्लास्टिक बंद होगा, कैसे नहीं होगा। और ये गोरख धंधा है क्या चीज़। मेरे साथ तीर्थ गरेवाल जी, अभी इन्होंने एक कंटेस्ट किया था इसी जो केस है प्लास्टिक के ऊपर, और इन्होंने उसको जीता है, इनके हक में ऑर्डर हुए हैं। तो एडवोकेट गरेवाल जी मेरे को बताएंगे कि ये गोरख धंधा क्या है प्लास्टिक का, ये हमारे देश में जो इस समय एनवायरनमेंट की इतनी बड़ी प्रॉब्लम है, ये गोरख धंधा कब रुकेगा, इसके बारे में थोड़ा सा गरेवाल जी खुद ही बताएंगे। गरेवाल जी, तीर्थ जी। सत श्री अकाल सारे श्रोतिਆਂ ਨੂੰ, सत श्री अकाल श्रीपाल जी। श्रीपाल जी, आ ਜਿਹੜਾ ਤੁਸੀਂ ਅੱਜ ਟੌਪਿਕ ਲੈ ਕੇ ਆਏ ਹੋ, ਇਹ ਆਪਣੀ ਅੱਖਾਂ ਦੇ ਸਾਹਮਣੇ ਇੱਕ ਇਨਵਾਇਰਨਮੈਂਟ ਦਾ ਸਾਡੀ ਸਿਹਤ ਨਾਲ ਐਡਾ ਵੱਡਾ ਖਿਲਵਾੜ ਹੋ ਰਿਹਾ ਵਾ, ਲੇਕਿਨ ਇਹਦੇ ਬਾਰੇ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਹੈਗੀ। ਹੋਇਆ ਕੀ ਆ ਕਿ ਇੱਕ ਪਰਚੂਨ ਦੀ ਦੁਕਾਨ ਤੋਂ ਲੈ ਕੇ ਵੱਡੀ ਤੋਂ ਵੱਡੀ ਸੁਪਰ ਮਾਰਕੀਟ ਤੱਕ ਵੀ ਜਦੋਂ ਤੁਸੀਂ ਸਮਾਨ ਲੈ ਕੇ ਆਉਣਾ ਵਾ ਤੇ ਤੁਹਾਨੂੰ ਬੈਗ ਚਾਹੀਦਾ ਵਾ। ਬਿਲਕੁਲ। ਸਾਡੇ ਇੱਥੇ ਇਸ ਚੀਜ਼ ਦੀ ਸ਼ਰਮ ਮੰਨੀ ਜਾਂਦੀ ਆ ਕਿ ਜੇ ਅਸੀਂ ਆਪਣੇ ਘਰੋਂ ਕੋਈ ਕੱਪੜੇ ਵਾਲਾ ਬੈਗ ਲੈ ਕੇ ਜਾਈਏ, ਠੀਕ ਹੈ, ਕੱਪੜੇ ਵਾਲਾ ਬੈਗ ਲੈ ਕੇ ਜਾਈਏ ਤੇ ਉਹਦੇ 'ਚ ਸਮਾਨ ਪਾ ਕੇ ਲੈ ਕੇ ਆਈਏ ਤੇ ਸਾਨੂੰ ਬੜੀ ਸ਼ਰਮ ਆਉਂਦੀ ਹੈ। ਜਾਂ ਅਸੀਂ ਕਹਿੰਦੇ ਸਾਨੂੰ ਲੋੜ ਕੇ ਉੱਥੋਂ ਬੈਗ ਮਿਲ ਜਾਣਾ ਵਾ। ਦੈਟ ਮੀਨਸ ਕਿ ਜਿਹੜਾ ਇੱਕ ਬੈਗ ਆ ਉਹਦੇ ਵਿੱਚ ਜਿਹੜਾ ਸਮਾਨ ਪਾਉਣਾ ਵਾ ਉਹ ਸਾਡੀ ਜ਼ਰੂਰਤ ਆ, ਠੀਕ ਹੈ। ਹੁਣ ਕੀ ਹੋਇਆ ਵਾ ਕਿ ਜਿਹੜੀ ਵੱਡੀ ਕੰਪਨੀਆਂ ਨੇ, ਹਜੇ ਛੋਟੀ ਦੁਕਾਨਦਾਰ ਵਾਲਾ ਕੋਈ ਇੰਨਾ ਨਹੀਂ ਹੈਗਾ, ਉਹ ਹਜੇ ਵੀ ਉਹ ਪਲਾਸਟਿਕ ਦੂਜਾ ਮੰਗਵਾਉਂਦੇ ਨੇ। ਮਾਈਕਰੋਨਸ ਦਾ ਚੱਕਰ ਹੁੰਦਾ ਵਾ ਕਿ ਉਹ ਰੀਸਾਈਕਲੇਬਲ ਆ ਕਿ ਨਹੀਂ, ਉਹਦੇ ਠੱਪੇ ਲਵਾ ਕੇ ਉਹ ਤਾਂ ਆਪਣੇ ਮੰਗਵਾ ਕੇ ਤੇ ਆਪਣਾ ਕਰ ਦਿੰਦੇ ਨੇ, ਠੀਕ ਹੈ। ਸਾਡਾ ਕੇਸ ਕੀ ਹੋਇਆ ਕਿ ਮੈਂ ਆਪਣੀ ਵਾਈਫ ਨਾਲ ਇੱਕ ਸੁਪਰ ਮਾਰਕੀਟ ਗਿਆ, ਠੀਕ ਹੈ। ਜਦੋਂ ਸੁਪਰ ਮਾਰਕੀਟ ਗਏ ਤੇ ਮੇਰੀ ਉੱਥੇ ਉਹਨਾਂ ਨੇ 5 ਰੁਪਏ ਬੈਗ ਦੇ ਚਾਰਜ ਕਰ ਲਏ। ਮੇਰੀ ਵਾਈਫ ਕਹਿੰਦੀ ਤੁਸੀਂ ਵਕੀਲ ਹੋ, ਤੁਸੀਂ ਕੁਝ ਕਰੋ, 5 ਰੁਪਏ ਤੁਸੀਂ ਤਾਂ ਕਹਿੰਦੇ ਹੋ ਕਿ ਨਹੀਂ ਚਾਰਜ ਕਰ ਸਕਦੇ, ਇਹ ਤਾਂ ਗਲਤ ਗੱਲ ਆ। ਮੈਂ ਕਿਹਾ ਕੋਈ ਗੱਲ ਨਹੀਂ, ਇਹ ਜਗ੍ਹਾ ਨਹੀਂ ਹੈਗੀ ਰੌਲਾ ਪਾਉਣ ਦੀ। ਅਸੀਂ ਉਹ ਬੈਗ ਲਿੱਤਾ, ਸਾਰਾ ਕੁਝ ਕਰਕੇ ਕੰਜ਼ਿਊਮਰ ਕੋਰਟ ਦੇ 'ਚ ਅਸੀਂ ਕੰਪਲੇਂਟ ਪਾਤੀ। ਹੈਰਾਨੀ ਦੀ ਗੱਲ ਆ ਵਾ ਕਿ ਜਦੋਂ ਅਸੀਂ ਉਸ ਕੰਪਲੇਂਟ 'ਤੇ ਪੂਰੀ ਰਿਸਰਚ ਕਰ ਰਹੇ ਸੀਗੇ, ਸਾਡੇ ਹੱਥ ਦੇ ਵਿੱਚ ਕੁਝ ਐਸੀ ਚੀਜ਼ਾਂ ਲੱਗੀਆਂ ਜਿਹਨੂੰ ਦੇਖ ਕੇ ਮੇਰੇ ਵੀ ਹੋਸ਼ ਉੱਡ ਗਏ। ਸ਼੍ਰੀਪਾਲ ਜੀ, ਵਾਹ। ਉਹ ਕੀ ਸੀਗਾ ਕਿ ਗਵਰਨਮੈਂਟ, ਤੁਸੀਂ ਕਹਿੰਦੇ ਕਾਰਪੋਰੇਸ਼ਨ ਨੇ, ਗਵਰਨਮੈਂਟ ਨੇ ਬਕਾਇਦਾ ਬਾਇਰਹਾਊਸ ਲਾਜ਼ ਕੱਢੇ ਆ ਕਿ ਜਿਹੜਾ ਮਰਜ਼ੀ ਬੈਗ ਹੋਵੇ, ਜਿਹੜਾ ਆਪਾਂ ਨੂੰ ਲੱਗਦਾ ਨਾ ਕਾਗਜ਼ ਦਾ, ਮੋਟੇ ਕਾਗਜ਼ ਵਾਲਾ ਬੈਗ, ਖਾਕੀ, ਹਾਂਜੀ, ਉਹ ਖਾਕੀ ਨਹੀਂ, ਜਿਹਦੇ ਉੱਤੇ ਨਾਮ ਲਿਖੇ, ਲੋਗੋ ਲਿਖੇ ਹੁੰਦੇ ਆ, ਉਹ ਜਿਹੜਾ ਬੈਗ ਹੁੰਦੇ ਆ ਵੱਡੇ ਵਾਈਟ ਵਾਲੇ ਬੈਗ, ਆਪਾਂ ਲੱਗਦਾ ਸ਼ਾਇਦ ਕਿਸੇ ਤਕੜੇ ਕਾਗਜ਼ ਦੇ ਬਣੇ ਆ। ਉਹ ਕਾਗਜ਼ ਦੇ ਨਹੀਂ ਬਣੇ, ਉਹ ਪਲਾਸਟਿਕ ਦੇ ਬਣੇ ਆ। ਅੱਛਾ, ਉਹ ਵੀ ਪਲਾਸਟਿਕ ਦੇ, ਉਹ ਪਲਾਸਟਿਕ ਆ। ਹਰੇਕ ਬੈਗ ਦੇ ਉੱਤੇ ਕੁਝ ਕਿੰਨਾ ਪਲਾਸਟਿਕ ਯੂਜ਼ ਹੋਇਆ, 5 ਉਹਦੇ ਅੰਦਰ ਦਿੱਤੇ ਹੋਏ ਆ ਰੀਯੂਜ਼ ਵਾਲੇ, ਉਹਦੇ ਤੇ ਮਾਰਕਾ ਲੱਗਿਆ ਹੋਣਾ ਚਾਹੀਦਾ, ਕਿਹਨੇ ਉਹ ਚੀਜ਼ ਬਣਾਈ ਆ, ਕਿਹੜੀ ਫੈਕਟਰੀ ਤੋਂ ਆਇਆ, ਉਹਦੇ ਉੱਤੇ ਚੀਜ਼ ਹੋਣੀ ਚਾਹੀਦੀ ਆ। ਜ਼ਿਆਦਾਤਰ ਜਿਹੜੇ ਕੇਸ ਹੋਏ ਸੀਗੇ ਕਾਪੀ ਕੈਟ ਕੇਸ ਹੋਏ ਸੀਗੇ ਕਿ ਮੈਂ ਮਾਰਕੀਟ ਗਿਆ ਤੇ ਮੈਂ ਉੱਥੋਂ ਸੁਪਰ ਬਾਜ਼ਾਰ ਤੋਂ ਜਾਂ ਜਿੱਥੋਂ ਮਰਜੀ ਮੈਂ ਸਮਾਨ ਖਰੀਦਿਆ, ਮੈਨੂੰ ਧੱਕੇ ਨਾਲ ਇਹਨਾਂ ਨੇ ਬੈਗ ਵੇਚਤਾ ਕਿਉਂਕਿ ਮੇਰੇ ਕੋਲ ਹੋਰ ਕੋਈ ਚੋਇਸ ਸੀਗੀ ਨਹੀਂ। ਉਹਦੇ 'ਚ ਕੀ ਹੋਇਆ ਕਿ ਨੈਸ਼ਨਲ ਟ੍ਰਾਈਬਿਊਨਲ ਨੇ ਕਿਹਾ ਕਿ ਤੁਸੀਂ ਜਿਹੜਾ ਬੈਗ ਖਰੀਦਿਆ ਤੁਸੀਂ ਆਪਸੀ ਸਹਿਮਤੀ ਨਾਲ ਕਰਕੇ ਖਰੀਦਿਆ ਨਾ, ਉਹ ਕਿਹੜਾ ਇੱਕ ਹੀ ਦੁਕਾਨ ਸੀ, ਕਿਸੇ ਹੋਰ ਤੋਂ ਆ ਕੇ ਲੈ ਲੈਂਦੇ। ਲੇਕਿਨ ਮੈਂ ਇੱਥੇ ਡਿਸਟ੍ਰਿਕਟ ਦੇ ਚਾਂਸ ਜਿੱਤਿਆ, ਮੈਂ ਕਿਹਾ ਜੀ ਉਹਦੇ ਤੇ ਸਾਡੇ ਫੈਕਟ ਡਿਫਰੈਂਟ ਆ। ਇਹਨਾਂ ਨੇ ਕਿਤੇ ਡਿਸਪਲੇ ਨਹੀਂ ਕੀਤਾ ਕਿ 5 ਰੁਪਏ ਦਾ ਬੈਗ ਲੈਣਾ ਕੰਪਲਸਰੀ ਹੋਊਗਾ, ਕਿ ਤੁਹਾਡੀ ਚੋਇਸ ਆ 5 ਰੁਪਏ ਦਾ ਬੈਗ, ਯਾਨੀ ਕਿਤੇ ਡਿਸਪਲੇ ਨਹੀਂ ਹੋਇਆ ਕਿ ਬਈ ਵੀ ਵਿਲ ਚਾਰਜ ₹5 ਫॉर ਈਚ ਕੈਰੀ ਬੈਗ। ਅੱਛਾ, ਦੂਜੀ ਗੱਲ ਕੀ ਆ ਕਿ ਉਹਦੇ ਥੱਲੇ ਲਿਖਣਾ ਚਾਹੀਦਾ ਕਿ ਉਹ ਪਲਾਸਟਿਕ ਆ, ਕਿੰਨੀ ਮਾਤਰਾ ਪਲਾਸਟਿਕ ਆ। ਉਹ ਬੈਗ ਮੈਂ ਖੋਲਿਆ, ਮੈਂ ਗਾਈਡਲਾਈਨਸ ਕੱਢੀਆਂ, ਜਿਹੜੀ ਨੋਟੀਫਿਕੇਸ਼ਨ ਆ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਦੀ ਕੱਢੀਆਂ ਹੋਈਆਂ, ਮਿਨਿਸਟਰੀ ਦੀ ਕੱਢੀਆਂ ਹੋਈਆਂ, ਉਹਦੇ ਅੰਦਰ ਸਾਰਾ ਕੁਝ ਦਿੱਤਾ ਹੋਇਆ। ਮੇਰੀ ਸਾਰਿਆਂ ਨੂੰ ਦਰਖਾਸਤ ਆ ਕਿ ਜੇ ਕਿਸੇ ਨੇ ਜਿਹਦੇ ਅੰਦਰ ਇਨਸਾਨੀਅਤ ਜਾਗਦੀ ਆ, এনवायरमेंट ਨੂੰ ਬਚਾਉਣਾ ਚਾਹੁੰਦੇ ਆ, ਉਹ ਨੋਟੀਫਿਕੇਸ਼ਨ ਦੀ ਕੱਢਣ, ਉਹ ਹੈਗਾ ਪਲਾਸਟਿਕ ਦੇ ਉੱਤੇ, ਠੀਕ ਹੈ, ਯੂਜ਼ ਆਫ ਪਲਾਸਟਿਕ ਦੇ ਉੱਤੇ। ਉਹ ਨੈੱਟ 'ਤੇ ਜਾ ਕੇ ਉਹਨੂੰ ਕੱਢਣ, ਉਹਦੇ ਅੰਦਰ ਸਾਰਾ ਲਿਖਿਆ ਹੋਇਆ ਵਾ। ਜਿਹੜੀ ਕੰਪਲੇਂਟ ਪਾਉਣੀ ਆ ਉਹਨੂੰ ਬੇਸ ਬਣਾ ਕੇ ਬਣਾਓ, ਕਿਉਂਕਿ ਇੱਕ ਬੈਗ ਖਰੀਦਣਾ ਇੱਕ ਗੱਲ ਆ, ਲੇਕਿਨ ਮੈਂ 5 ਰੁਪਏ ਵੀ ਦੇ ਰਿਹਾ, ਬੈਗ ਵੀ ਖਰੀਦ ਰਿਹਾ, ਪਲਾਸਟਿਕ ਵਾਲਾ ਖਰੀਦ ਰਿਹਾ, ਅਤੇ ਬਿਨਾਂ ਨਾ ਚਾਹੁੰਦੇ ਹੋਏ ਅਤੇ ਨਾ ਇਸ ਚੀਜ਼ ਦੀ ਸਮਝ ਹੁੰਦੇ ਹੋਏ ਕਿ ਜੋ ਮੈਂ ਬੈਗ ਲੈ ਰਿਹਾ ਕੱਲ੍ਹ ਨੂੰ ਮੈਂ ਡਸਟਬਿਨ 'ਚ ਪਾ ਰਿਹਾ, ਉਹ
ਗਲਣਾ ਹੀ ਨਹੀਂ ਕਿਉਂਕਿ ਉਹ 'ਚ ਪਲਾਸਟਿਕ ਆ, ਲੇਕਿਨ ਉਹ ਦੇਖਣ ਦੀ ਸ਼ਕਲ ਐਵੇਂ ਜਿਵੇਂ ਕਿ ਗੱਤਾ ਵਾ ਜਾਂ ਕੀ ਕਹਿੰਦੇ ਆਪਣੇ ਕਾਗਜ਼ ਆ। ਠੀਕ ਹੈ, ਇਸ ਕਰਕੇ ਜਿਹੜਾ ਪਲਾਸਟਿਕ ਯੂਜ਼ ਦੀ ਨੋਟੀਫਿਕੇਸ਼ਨ ਆ ਉਹਨੂੰ ਦੇਖਿਆ ਜਾਵੇ, ਉਹਦੇ ਅੰਦਰ ਸਜ਼ਾ ਦਾ ਵੀ ਪ੍ਰੋਵੀਜ਼ਨ ਆ, ਉਹਦੇ ਅੰਦਰ ਇਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਕਾਰਪੋਰੇਸ਼ਨ ਨੂੰ, ਡਿਸਪੋਜ਼ਲ ਬਾਰੇ ਪੂਰਾ ਦੱਸਿਆ ਜਾਣਾ ਚਾਹੀਦਾ, ਯਾਨੀ ਕਿ ਪਲਾਸਟਿਕ ਯੂਜ਼, ਰੀਯੂਜ਼ ਐਂਡ ਡਿਸਪੋਜ਼ਲ ਬਾਰੇ ਪੂਰਾ ਉਹਦੇ ਅੰਦਰ ਦਿੱਤਾ ਹੋਇਆ ਵਾ। ਲੇਕਿਨ ਅਨਫੋਰਚੂਨੇਟਲੀ ਉਹ ਜਿਹੜੀ ਚੀਜ਼ ਆ ਨਾ ਤਾਂ ਕਿਤੇ ਆਪਾਂ ਨੂੰ ਪੜ੍ਹਨ ਨੂੰ ਮਿਲਦੀ ਆ, ਨਾ ਬੰਦੇ ਰਿਸਰਚ ਕਰਦੇ ਆ, ਬਸ ਕੇਸ ਪਾ ਦਿੰਦੇ ਆ ਤੇ ਉਹ ਚੱਲੀ ਜਾਂਦੀ ਆ। ਕੰਪਨੀਆਂ ਤੁਹਾਡੀ ਨਾ ਸਮਝੀ ਦਾ ਬਹੁਤ ਵੱਡਾ ਜਿਹੜਾ ਹੈਗਾ ਵਾ ਉਹ ਫਾਇਦਾ ਚੱਕਦੀਆਂ ਨੇ। ਨਹੀਂ, ਮੈਂ ਤੇ ਗਰੇਵਾਲ ਜੀ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ, ਜਦੋਂ ਵੀ ਆਪਣੇ ਕਾਰਪੋਰੇਸ਼ਨ ਵਾਲੇ ਜਿਹੜੇ ਹੈਲਥ ਡਿਪਾਰਟਮੈਂਟ ਵਾਲੇ ਆ ਰੇਡ ਕਰਦੇ ਆ, ਜਿਹੜੇ ਦੇਖਦੇ ਆ ਕੁਝ ਲੋਕੀ ਹੁਣ ਗੱਲਬਾਤ ਹੋਣ ਲੱਗ ਗਈ ਹੈਗੀ ਐਨਵਾਇਰਨਮੈਂਟ ਦੇ ਉੱਤੇ, ਜਾਂ ਕਿ ਉਹਨਾਂ ਨੇ ਆਪਾਂ ਨੂੰ ਅੰਕੜਾ ਪੇਸ਼ ਕਰਨਾ ਹੁੰਦਾ ਵੀ ਤੁਸੀਂ ਕਿੰਨੀਆਂ ਰੇਡਾਂ ਮਾਰੀਆਂ, ਉਸ ਟਾਈਮ ਥੋੜੀ ਜਿਹੀ ਕਾਰਵਾਈ ਕਰਦੇ ਹੋ। ਦੇਖੋ ਉਸ ਤੋਂ ਬਾਅਦ ਫਿਰ ਚੁੱਪ ਕਰ ਜਾਂਦੇ ਨੇ, ਫਾਰਮੈਲਿਟੀ ਹੈ। ਦੇਖੋ ਚਾਹੇ ਪੁਲਿਸ ਹੋਵੇ, ਚਾਹੇ ਕੋਰਟਸ ਹੋਣ, ਚਾਹੇ ਕਾਰਪੋਰੇਸ਼ਨ, ਕੋਈ ਵੀ ਜਿਹੜਾ ਸਰਕਾਰੀ ਦਾਇਰਾ ਵਾ, ਉਹਨਾਂ ਕੋਲ ਦੋ ਤਰੀਕੇ ਹੁੰਦੇ ਕੰਮ ਕਰਨ ਦੇ। ਇੱਕ ਹੁੰਦਾ ਕਿ ਜਦੋਂ ਉਹਨਾਂ ਨੂੰ ਐਜ਼ ਪਰ ਦੇਅਰ ਪਾਲਿਸੀ ਉਹਨਾਂ ਨੇ ਇੱਕ ਰੇਡਸ ਕੰਡਕਟ ਕਰਨੀਆਂ ਹੁੰਦੀਆਂ ਨੇ, ਠੀਕ। ਜਿਹੜੀ ਰੇਡਸ ਕੰਡਕਟ ਹੁੰਦੀਆਂ ਜਾਂ ਸਰਪ੍ਰਾਈਜ਼ ਚੈਕਿੰਗ ਹੁੰਦੀ ਆ, ਉਹ ਸਭ ਦਾ ਬੇਸ ਹੈਗਾ ਨੰਬਰ 2, ਦੈਟ ਇਜ਼ ਕੰਪਲੇਂਟ। ਦੈਟ ਇਜ਼ ਕੰਪਲੇਂਟ। ਲੋਕੀ ਕੰਪਲੇਂਟ ਕਰਦੇ, ਜੇ ਉਹ ਆਪ ਜਾ ਕੇ ਕਿਤੇ ਉਹ ਰੇਡ ਮਾਰਨਗੇ, ਅਗਲੇ ਨੇ 2 ਮਿੰਟ ਦੇ ਵਿੱਚ ਇਲਜ਼ਾਮ ਲਾ ਦੇਣਾ ਜੀ ਮੇਰੇ ਤੋਂ ਪੈਸੇ ਮੰਗੇ ਸੀ ਮੈਂ ਦਿੱਤੇ ਨਹੀਂ, ਮੇਰੇ ਉੱਤੇ ਆ ਕੇ ਧੱਕਾ ਕਰਨਾ ਕਿ ਮੈਂ ਤਾਂ ਗਲਤ ਹੈ ਹੀ ਹੈ, ਇਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਸੀ ਮੈਂ ਦਿੱਤੇ ਨਹੀਂ, ਤਾਂ ਇਹਨਾਂ ਨੇ ਚੱਕ ਕੇ ਮੈਨੂੰ ਰੇਡ ਮਾਰਤੀ, ਮੈਨੂੰ ਵਿਕਟਮ ਬਣਾ ਰਹੇ ਆ। ਲੇਕਿਨ ਜੇ ਉਹਨਾਂ ਦੇ ਹੱਥ ਵਿੱਚ ਕੰਪਲੇਂਟ ਹੋਊਗੀ ਕਿ ਫਲਾਨਾ ਬੰਦਾ ਫਲਾਨੀ ਚੀਜ਼ ਕਰਦਾ, ਯਾਰ ਅਸੀਂ ਇੰਨੇ ਗਰਕ ਚੁੱਕੇ ਆ, ਸਾਡੇ ਨਾਲ ਨਕਲੀ ਦਵਾਈਆਂ ਬਣਦੀਆਂ ਘਰ ਦੇ, ਮੇਰੇ ਨਹੀਂ ਹਾਂ ਤੁਹਾਨੂੰ ਪੁੱਛਣ ਮੈਂ ਛੋਟਾ ਹੁੰਦਾ ਸੀ, ਕਿਤੇ ਪੜ੍ਹਦਾ ਸੀ, ਟਿਊਸ਼ਨ ਜਾਂਦਾ ਸੀ, ਉੱਥੇ ਮੈਨੂੰ ਉਹਨੇ ਉਹ ਸਾਰਾ ਦੱਸਦੀ ਸੀ, ਆ ਦੇਖੋ ਜੀ ਆ ਬੰਦਾ ਨਕਲੀ ਦਵਾਈ ਬਣਾਉਂਦਾ, ਆਹ ਕਰਦਾ, ਪਤਾ ਸਾਰੇ ਮਹੱਲੇ ਨੂੰ ਹੀ ਆ, ਸਾਰੇ ਮਹੱਲੇ ਨੂੰ ਹੀ ਆ, ਦੱਸਦਾ ਕੋਈ ਨਹੀਂ, ਕੰਪਲੇਂਟ ਕੋਈ ਨਹੀਂ। ਅੱਛਾ, ਕੁੜੀ ਰਾਤ ਨੂੰ 2 ਵਜੇ ਘਰੋਂ ਨਿਕਲੀ ਆ, ਉਹਦੇ ਸਭ ਨੂੰ ਪਤਾ, ਲੇਕਿਨ ਜਿਹੜਾ ਨਾਲ ਨਸ਼ਾ ਵੇਚਦਾ ਉਹਨੂੰ ਰੋਕਣ ਦੀ ਹਿੰਮਤ ਨਹੀਂ ਹੈਗੀ ਕਿਸੇ। ਕਿਉਂ? ਕੁੱਟਦੇ ਬਹੁਤ ਆ ਜੀ, ਬੱਖੀਆਂ ਸਾੜ ਦਿੰਦੇ ਆ। ਹੈ ਜਦੋਂ ਪ੍ਰੈਸ ਵਾਲਾ ਇੱਕ ਬੰਦਾ ਜਾਂਦਾ, ਫਿਰ ਉਹੀ ਬੰਦੇ ਉਹਨਾਂ ਦੇ ਗੋਡੇ ਹੱਥ ਲਾ ਦਿੰਦੇ, ਉਹ ਯਾਰ ਪੈਸੇ ਲੈ ਦੇ ਕੇ ਮੁਕਾ ਦੇ, ਛੱਡ ਪਰੇ ਆ। ਪੂਰਾ ਦਾ ਪੂਰਾ ਪਰਿਵਾਰ ਹੀ ਨਸ਼ਾ ਵੇਚ ਰਿਹਾ, ਪੂਰੇ ਮਹੱਲੇ ਨੂੰ ਹੀ ਪਤਾ, ਸਭ ਨੂੰ ਪਤਾ, ਬੋਲਦਾ ਕੋਈ ਨਹੀਂ। ਯਾਨੀ ਕਹਿਣ ਦਾ ਮਤਲਬ ਤੀਰਥ ਗਰੇਵਾਲ ਜੀ, ਜਿਹੜਾ ਪਲਾਸਟਿਕ ਹੈ ਆਪਣਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ, ਜਾਂ ਜਿਹੜਾ ਪੋਲਿਊਸ਼ਨ ਹੈਗਾ, এনवायरमेंट ਹੈਗਾ, ਜਦ ਤੱਕ ਲੋਕ ਨਹੀਂ ਜਾਗਣਗੇ, ਜਦ ਤੱਕ ਲੋਕ ਕੰਪਲੇਂਟ ਨਹੀਂ ਕਰਨਗੇ, ਤਦ ਤੱਕ ਜਾਣੀ ਕਿ ਕੁਝ ਨਹੀਂ ਹੋਣਾ। ਜਾਣੀ ਕਿ ਹਰ ਬੰਦਾ ਰਾਈਟ ਆ। ਸਰਕਾਰ ਸ਼ੇਰ ਆ, ਲੇਕਿਨ ਉਹਦੇ ਦੰਦ ਅਸੀਂ ਲੋਕ ਆ। ਵੈਸੇ ਬਿਨਾਂ ਦੰਦ ਵਾਲਾ ਸ਼ੇਰ ਆ ਉਹ। यानी कि तुसी कंप्लेंट करोगे किसी चीज़ दी, अगर आप बोलोगे तभी कुछ होगा, नहीं तो कहते यानी कि गल आ कोई भी कंप्लेंट करनी है, कुछ भी करनी है, ਉਹਦਾ ਪੂਰਾ ਦੇਖੋ। आप फिल्मां ना देखो कि ਸਿੰਘਮ ने ਕੀਤਾ, ਤੁਹਾਨੂੰ ਕੋਈ ਗੋਲੀ ਮਾਰ ਜੂ, ਕੋਈ ਆਹ ਕਰ ਦੂ, ਐਵੇਂ ਕੁਝ ਨਹੀਂ ਹੁੰਦਾ। ਗੱਲ ਆ ਵਾ ਕਿ ਕੁਝ ਬੰਦੇ ਪਰੇਸ਼ਾਨ ਕਰਦੇ, ਕੁਝ ਬੰਦੇ ਬਲੈਕਮੇਲਰ ਹੁੰਦੇ। ਜੇ ਤੁਸੀਂ ਬਲੈਕਮੇਲਰ ਨਹੀਂ ਹੈਗੇ, ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਪਹਿਲਾਂ ਸਰਕਾਰ ਦੀ ਨੋਟੀਫਿਕੇਸ਼ਨ ਕੱਢੋ, ਉਹਦੇ 'ਚ ਕੀ ਲਿਖਿਆ ਵਾ, ਫਿਰ ਐਜ਼ ਪਰ ਲਾਅ ਚੱਲੋ। ਤੁਸੀਂ ਕਿਸੇ ਵੀ ਅਫਸਰ ਕੋਲ ਜਾਓਗੇ, ਉਹਨਾਂ ਨੇ ਹਮੇਸ਼ਾ ਆਪਣੀ ਫਾਈਲ ਦੇ ਉੱਤੇ ਲਿਖਣਾ ਟੇਕ ਐਕਸ਼ਨ ਐਜ਼ ਪਰ ਲਾਅ, ਲੇਕਿਨ ਲਾਅ ਬਾਰੇ ਤੁਹਾਨੂੰ ਜਾਣਕਾਰੀ ਨਹੀਂ। ਬਿਲਕੁਲ। ਉਹਦੇ ਬਾਅਦ ਤੁਸੀਂ ਕਹਿੰਦੇ ਮੈਂ ਲਾਅ ਕਰਨੀ ਹੈ, ਉਹ ਦੈਟ ਇਜ਼ ਨਾਟ ਹਾਊ ਇਟ ਗੋਜ਼ ਯਾਰ। ਕਿਤਾਬਾਂ ਨੇ, ਤੁਸੀਂ ਕਿਤਾਬ ਖੋਲੋ, ਕਹਿੰਦੇ ਜੀ ਲੈਂਗੁਏਜ ਨਹੀਂ ਸਮਝ ਆਉਂਦੀ, ਇਹ ਕਿਹੜਾ ਫਾਰਸੀ ਲਿਖੀ ਹੈ? ਨਹੀਂ ਹੈ ਤਾਂ ਇੰਗਲਿਸ਼ 'ਚ ਲਿਖੀ ਹੈ ਜਾਂ ਹਿੰਦੀ 'ਚ ਮਿਲ ਜਾਂਦੀਆਂ ਨੇ, ਬੜੀ ਛੋਟੀ ਛੋਟੀ ਕਿਤਾਬਾਂ ਮਿਲ ਜਾਂਦੀਆਂ ਨੇ। ਅੱਜ ਕੱਲ੍ਹ ਤਾਂ ਜਨਾਬ ਸੋਸ਼ਲ ਮੀਡੀਆ ਹੈਗਾ, ਗੂਗਲ ਜਿਹੜੀ ਮਰਜ਼ੀ ਚੀਜ਼ ਸਰਚ ਕਰ ਲਓ। ਹਾਂ, ਲੈਕਟੋ ਪਲਾਸਟਿਕ ਦੇ ਕੀ ਗੂਗਲ ਜਿੰਨ ਵਰਗਾ ਵਾ, ਉਹ ਜਿੰਨ ਆ, ਉਹਨੂੰ ਥੋੜਾ ਜਿਹਾ ਐਵੇਂ ਰੱਬ ਕਰੋ, क्या हुक्म मेरे आका। हाँ, प्लास्टिक से क्या होता है नारे आज ना। हाँ, लेकिन कुछ महत्वाकांक्षी लोग पता की करते हैं, गूगल तो मेरी चप्पल तो लभी नहीं जाती। चप्पल यार तेनू तेरी चप्पल आप नहीं लभदी, गूगल ने तेरी चप्पल का खर्चा लेता है। तो ਜਿਹੜੀ ਅਕਲ ਲੱਭ ਉੱਥੇ ਅਕਲ ਤਾਂ ਵਿੱਚ ਪਈ ਹੈ ਉਹਦੇ। ਹਾਂ, ਉਹਦੇ 'ਚ ਲਿਖ ਕੇ ਵਾਈ ਐਮ ਆਈ ਡਿਪਰੈਸਡ, आई कांट फाइंड माई स्लीपर्स, ਉਹਦਾ ਜਵਾਬ ਮਿਲ ਜੂ। यानी कि तीर्थ गरेवाल जी का कहने का मतलब ये था, लास्ट में इतने कहूँगा कि जो प्लास्टिक है, अगर हम चाहते हैं कि हमारा इन्वायरमेंट सेव हो, कैंसर जैसी बीमारियां न हो, क्रोनिक डिजीज ना हो, हमारा आने वाला बचने वास्ते जागरूक होना बहुत जरूरी है। जो कंपनी 5-5 रुपये का 10-10 रुपये का आपको बैग देती है, कैरी बैग देती है, वो है उसमें प्लास्टिक मिक्स है, क्या मिक्स नहीं क्या नहीं, वो भी हम पूछने क्या कहते हैं ना, कंप्लेंट करनी पड़ेगी, हमें जागरूक होना पड़ेगा।
हम जागरूक होंगे तो हमारा एनवायरनमेंट बचेगा, एनवायरनमेंट बचेगा तो हमारा हेल्थ ਭੱਲਾ बचेगा। ਸਾਹਿਬ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡ ਜੋਗਾ ਤਾਂ ਰਹਿ ਜੂ। ਚੱਲ ਕੈਨੇਡਾ ਤੁਰ ਕੈਨੇਡਾ, ਚੱਲ ਕੈਨੇਡਾ, ਉਹ ਇੱਥੇ ਵੀ ਤਾਂ ਲੋਕ ਵਸਦੇ ਆ, ਇਹਨੂੰ ਕਿਉਂ ਸਾੜੀ ਜਾਂਦੇ ਹੋ ਯਾਰ? ਉਹ ਇੱਥੇ ਤਾਂ ਬਣਾ ਲਓ ਕੈਨੇਡਾ ਤੁਸੀਂ। ਉਹ ਨਹੀਂ, ਜੇ ਕੈਨੇਡਾ ਨਹੀਂ ਬਣਾਉਣਾ ਘੱਟੋ ਘੱਟ ਇਹਦਾ ਹੁਣ ਮੈਂ ਕੀ ਕਹਾਂ, ਗੱਦ ਦਾ ਢੇਰ ਦਾ ਨਾ ਬਣਾਓ। ਜਾਣੀ ਕਿ ਕੈਨੇਡਾ ਜਾ ਕੇ ਨਹੀਂ ਸਿੱਟਾਂਗੇ ਜਿਹੜਾ ਆ ਹੈ ਕੇਲਾ, ਇੱਥੇ ਨਾਲੇ ਚੱਕ ਕੇ ਆ ਲੈ, ਸੜਕ ਵੀ ਸਾਡੇ ਪਿਓ ਦੀ ਤੇ ਅਕਲ ਵੀ ਸਾਡੇ ਪਿਓ ਦੀ, ਕਿਤੇ ਜੀ ਕਿਤੇ ਉੱਥੇ ਸਿੱਟਤਾ। ਹਾਂ ਉਹ ਲੈ ਤੁਹਾਨੂੰ ਮੈਂ ਬੜੀ ਮਜ਼ੇਦਾਰ ਗੱਲ ਦੱਸਾਂ, ਤੁਸੀਂ ਸ਼ਾਸਤਰੀ ਵਾਲੇ ਟ੍ਰੈਫਿਕ ਦਾ ਕਵਰ ਕੀਤਾ ਸੀ। ਹਾਂਜੀ ਹਾਂਜੀ ਹਾਂ, ਕੱਲ ਬਾਈ ਚਾਂਸ ਮੈਂ ਉੱਥੋਂ ਨਿਕਲ ਰਿਹਾ ਸੀ। ਹਾਂਜੀ। ਇੱਕ ਨਾ ਵੀਡੀਓ ਬੜੀ ਵਾਇਰਲ ਹੋਈ ਜਿੱਥੇ ਕੁੜੀ ਨੇ ਇੱਕ ਮੁੰਡੇ ਦੇ ਜੋ ਚਪੇੜ ਤੇ ਚਪੇੜ ਠੋਕੀ, ਜੋ ਚਪੇੜ ਤੇ ਚਪੇੜ ਠੋਕੀ। ਉਹਦੇ ਨਾਲ ਇੱਕ ਗੱਲ ਕੀ ਹੋ ਗਈ, ਹਾਲਾਤ ਲੇਡੀ ਦਾ FIR ਹੋਈ ਆ। ਹਾਂ, ਉਹਦੇ ਚ ਕੀ ਹੋਇਆ ਕਿ ਕੱਲ ਮੈਂ ਦੇਖਿਆ ਕਿ ਜਿਹੜਾ ਇਸ਼ਮੀਤ ਸਿੰਘ ਰਾਉਂਡ ਅਬਾਊਟ ਆ ਨਾ, ਚਲੋ ਉਹ ਸਾਰਾ ਫਸਿਆ ਪਿਆ ਸੀ। ਇੱਕ ਬੰਦਾ ਬਾਹਰ ਨਿਕਲਿਆ, ਉਹਨੇ ਟ੍ਰੈਫਿਕ ਰੈਗੂਲੇਟ ਕਰਨਾ ਸ਼ੁਰੂ ਕੀਤਾ। ਇੱਕ ਲੇਡੀ ਨੇ ਨਾ ਆ ਇਸ਼ਮੀਤ ਚੌਂਕ ਆ, ਇੱਥੋਂ ਪਾਰਟੀ ਪੀਪਲ ਦੇ ਮੂਹਰੇ ਪਿੱਛੇ ਮੁੜਨਾ ਸੀ। ਹਾਂ, ਉਹਨੇ ਦੇਖਿਆ ਕਿ ਅੱਗੇ ਜਾਮ ਲੱਗਿਆ, ਉਹਨੇ ਰੋਂਗ ਸਾਈਡ ਵੜ ਲਈ। ਹਾਂ, ਅੱਛਾ, ਉਹਦੇ ਅੱਗੇ ਇੱਕ ਬੰਦੇ ਨੇ ਕਾਰ ਖੜੀ ਕਰਨੀ ਸੀ, ਤਾਂ ਵਿਚਾਰਾ ਉਧਰੋਂ ਦੀ ਆ ਰਿਹਾ ਸੀਗਾ। ਕਿਸੇ ਦੀ ਹਿੰਮਤ ਨਹੀਂ ਹੋਈ ਉਹਨੂੰ ਜਾ ਕੇ ਕਹੇ ਵੀ ਬੀਬੀ ਜੀ ਤੁਸੀਂ ਕੀ ਕਰ ਰਹੇ ਹੋ, ਭੈਣ ਜੀ ਤੁਸੀਂ ਕੀ ਕਰ ਰਹੇ ਨਹੀਂ ਤਾਂ ਹੋ। ਫਿਰ ਬੰਦਾ ਕਹਿੰਦਾ ਜੀ ਬਾਅਦ ਚ ਕਹਿੰਦਾ ਕੀ ਹੋਇਆ, ਕਹਿੰਦਾ ਜੀ ਹੁਣ ਮੈਂ ਆਪਣੀ ਇੱਜ਼ਤ ਲੱਭ ਰਿਹਾ। ਹਾਂ, ਇੱਜ਼ਤ ਲੱਭ ਰਿਹਾ ਹੈਗਾ, ਲੇਡੀ ਨਾਲ ਪੰਗਾ ਕਿਉਂ ਲਿਆ। ਮਤਲਬ ਜਿਹੜੀ ਕਿ ਇੱਕ ਨੇ ਚਪੇੜਾ ਮਾਰਤੀ, ਉਹ ਸਾਰਾ ਵਰਕ ਖੜਾ ਹੋ ਗਿਆ। हाँ, सारी दुनिया डर गई भी कितने थप्पड़ साढ़े ना पै जाए। और यानी कि कहने का मतलब ये है तरजीत गरेवाल जी, कंप्लेंट करो, डरो मत। अगर कुछ ਪੁਲਿਸ करोगे। ਨੇ ਦੇਖੋ, ਇੱਕ ਦਿੱਲੀ ਵਾਲਾ ਮੁੰਡਾ ਸੀ, ਉਹਦੀ ਜ਼ਿੰਦਗੀ ਬਰਬਾਦ ਹੋ ਗਈ। हाँ ਜਿਹੜੀ ਉਹ ਕੁੜੀ ਸੀਗੀ, ਉਹ ਕਹਿੰਦੇ ਜੀ ਮੈਨੂੰ ਇਹਨੇ ਗਾਲਾਂ ਕੱਢੀਆਂ, हाँ, ਉਹਨੂੰ ਦਿੱਲੀ ਦਾ ਦਰਿੰਦਾ ਕਿਹਾ, ਤੇ ਇੱਥੇ ਘੰਟਿਆਂ 'ਚ ਪੁਲਿਸ ਨੇ ਸਾਰਾ ਸੱਚ ਕੱਢ ਲਿਆ। यानी कि कहने का ਫਿਰ मतलब ਦੱਸੋ ਪੁਲਿਸ ਕਿੱਥੇ ਖੜੀ ਆ, ਸਿਸਟਮ ਕਿੱਥੇ ਖੜਾ ਵਾ, ਤੇ ਆਮ ਬੰਦਾ ਕਿੱਥੇ ਖੜਾ ਵਾ? यानी कि तुम कुछ करोगे तद ही कुछ बनूगा, जे नहीं कुछ करोगे तो कुछ नहीं बनना। कहने का मतलब है कि लोग बोलणगे ते ਗੱਲ ਆ ਵਾ ਕਿ ਤੁਸੀਂ ਆਪ ਸਤਰਕ ਰਹੋ, ਆਪ ਉਹ ਰਹੋ। ਹਰੇਕ ਬੰਦਾ ਆਪਣੇ ਇੱਥੇ ਲਾਡਲਾ ਵਾ। ਉਹ ਕਹਿੰਦਾ ਮੈਂ ਜੋ ਮਰਜ਼ੀਆਂ ਕਰੀ ਜਾਵਾਂ, ਮੈਨੂੰ ਕੋਈ ਰੋਕਣ ਵਾਲਾ ਨਾ ਹੋਵੇ। ਮੇਰੇ ਘਰ ਜਿੰਨਾ ਮਰਜ਼ੀ ਉੱਚਾ ਮਿਊਜ਼ਿਕ ਚੱਲੇ, ਮੈਂ ਜਿੰਨਾ ਮਰਜ਼ੀ ਉੱਚੀ ਬੋਲਾਂ, ਪਰ ਗੁਆਂਢੀਆਂ ਦਾ ਬੰਦ ਹੋਣਾ ਚਾਹੀਦਾ। ਗੁਆਂਢੀਆਂ ਦਾ ਬੰਦ ਹੋਣਾ ਚਾਹੀਦਾ ਜੀ। ਚਲੋ ਤੀਰਥ ਗਰੇਵਾਲ ਜੀ, ਲਾਸਟ ਇਹੀ ਗੱਲ ਕਰਾਂਗੇ ਕਿ ਅਸੀਂ ਜਿਹੜਾ ਕਿ ਕੰਪਲੇਂਟ ਕਰਨ ਦੇ ਤੁਸੀਂ ਹੱਕਦਾਰ ਹੋ। ਕੋਈ ਵੀ ਤੁਹਾਨੂੰ ਚੀਜ਼ ਜਿਹੜੀ ਆਪਣੇ ਲੋਕਾਂ ਦੇ ਖਿਲਾਫ ਹੈਗੀ, ਲੋਕਾਂ ਦੇ ਹਿੱਤ 'ਚ ਨੂੰ ਉਹਦੀ ਕੰਪਲੇਂਟ ਕਰੋ, ਤਦੇ ਸਾਡਾ ਹਿੰਦੁਸਤਾਨ ਜਿਹੜਾ ਹੈਗਾ ਕੈਨੇਡਾ ਤੋਂ ਵੱਧ ਇੱਕ ਅੱਛਾ ਦੇਸ਼ ਬਣੂਗਾ। ਬਿਲਕੁਲ।